ਭਾਈ ਪੂਰੋ ਭਾਈ ਮਾਣਕ ਚੰਦ ਤੇ ਭਾਈ ਬਿਸ਼ਨ ਦਾਸ। ਪੂਰੋ ਮਾਣਕ ਚੰਦ ਹੈ, ਬਿਸ਼ਨ ਦਾਸ ਪਰਿਵਾਰ ਸਧਾਰਾ। ਇਹ ਮਹਾਰਾਜ ਜੀ ਨੂੰ ਆ ਕੇ ਤੇ ਇਹਨਾਂ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਵੀ ਸੱਚੇ ਪਾਤਸ਼ਾਹ ਸਾਨੂੰ ਕੋਈ ਇੱਦਾਂ ਦਾ ਉਪਦੇਸ਼ ਕਰੋ, ਸਾਨੂੰ ਕੋਈ ਇੱਦਾਂ ਦੀ ਮੱਤ ਦਿਓ ਜਿਹਦੇ ਨਾਲ ਸਾਡਾ ਤੇ ਕਲਿਆਣ ਹੋਵੇ ਹੀ ਹੋਵੇ, ਸਾਡੇ ਪਰਿਵਾਰ ਦਾ ਵੀ ਭਲਾ ਹੋ ਜਾਵੇ। ਸੁਭਾਵਿਕ ਜੀ ਗੱਲ ਹੈ, ਅਸੀਂ ਸੋਚਾਂਗੇ ਆਪਣੇ ਪਰਿਵਾਰ ਦੇ ਬਾਰੇ ਨਾ, ਮਹਾਰਾਜ ਨੇ ਸਾਨੂੰ ਗ੍ਰਸਥੀ ਬਣਾਇਆ, ਮਹਾਰਾਜ ਸਾਡਾ ਵੀ ਭਲਾ ਹੋਵੇ, ਸਾਡੇ ਪਰਿਵਾਰ ਦਾ ਵੀ ਕਲਿਆਣ ਹੋ ਜਾਵੇ। ਇਹ ਕਿਹੜੇ ਤਰੀਕੇ ਨਾਲ ਹੋਵੇਗਾ? ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪਹਿਲੀ ਗੱਲ ਤੇ ਭਾਈ ਇਸ ਗੱਲ ਨੂੰ ਸਮਝੋ, ਤੁਸੀਂ ਖੁਦ ਸੇਵਾ ਦੇ ਵਿੱਚ ਲੱਗੋ, ਆਪ ਸੇਵਾ ਕਰੋ। ਵੈਸੇ ਤੇ ਸੇਵਾ ਕਰਦੇ ਸੀ, ਪਰ ਕਹਿੰਦੇ ਸਿਰਫ ਸੇਵਾ ਨੂੰ ਆਪਣੇ ਤੱਕ ਸੀਮਤ ਨਾ ਰੱਖੋ, ਆਪਣੇ ਪਰਿਵਾਰ ਨੂੰ ਵੀ ਸੇਵਾ ਦੇ ਵਿੱਚ ਲਾਓ। ਆਪਣੇ ਬੱਚਿਆਂ ਨੂੰ, ਆਪਣੀਆਂ ਬੱਚੀਆਂ ਨੂੰ, ਆਪਣੀ ਪਤਨੀ ਨੂੰ, ਇਹਨਾਂ ਨੂੰ ਵੀ ਤੁਸੀਂ ਸੇਵਾ ਦੇ ਵਿੱਚ ਲਾਓ। ਔਰ ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਦੂਰ ਅੰਦੇਸ਼ੀ ਇਸ ਪਾਸੇ ਤੋਂ ਸਮਝੀ ਜਾ ਸਕਦੀ ਹੈ। ਤੁਸੀਂ ਸਾਰੇ ਪਰਿਵਾਰਾਂ ਵਾਲੇ ਬੈਠੇ ਜੇ, ਚਲੋ ਸਾਡੇ ਸੱਭਿਆਚਾਰ ਦੇ ਵਿੱਚ ਸਿੱਖੀ ਥਾਟ ਹੈ ਥੋੜ੍ਹਾ ਜਿਹਾ, ਇਸ ਕਰਕੇ ਸਾਨੂੰ ਦਿੱਕਤ ਨਹੀਂ ਆਉਂਦੀ, ਪਰ ਕਈਆਂ ਘਰਾਂ ਦੇ ਵਿੱਚ ਇਹ ਵੀ ਸ਼ਿਕਾਇਤਾਂ ਸੁਣਨ ਨੂੰ ਮਿਲ ਜਾਂਦੀਆਂ ਨੇ, ਜਿਨ੍ਹਾਂ ਘਰਾਂ ਦੇ ਵਿੱਚ ਇੱਕ ਜਾਣਾ ਕਿਸੇ ਹੋਰ ਥਾਟ ਨੂੰ ਮੰਨਦਾ ਹੈ, ਦੂਜਾ ਕਿਸੇ ਹੋਰ ਨੂੰ ਮੰਨਦਾ ਹੈ। ਉਹਨਾਂ ਦੇ ਵਿੱਚ ਕੀ ਦਿੱਕਤ ਆਉਂਦੀ ਹੈ? ਆਪਸ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਤੋਂ ਬਹਿਸ ਤੇ ਚਲੋ ਆਪਾਂ ਕਹਿੰਦੇ ਵੀ ਨਹੀਂ ਹੁੰਦੀ, ਪਰ ਇੱਕ ਦੂਸਰੇ ਤੋਂ ਮੂੰਹ ਜਿਹੜਾ ਨਾ ਉਹ ਟੇਢਾ ਜਿਹਾ ਰਹਿੰਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ। ਇਹ ਜਿਨ੍ਹਾਂ ਘਰਾਂ ਦੇ ਵਿੱਚ ਇੱਕੋ ਥਾਟ ਦੇ ਸਾਰੇ ਬੰਦੇ ਨੇ ਨਾ, ਉਹ ਵੀ ਬੜੀ ਚੜ੍ਹਦੀ ਕਲਾ ਹੈ। ਮੈਂ ਕਹਿੰਦਾ ਵੀ ਚਲੋ ਇੱਕ ਪਾਸਾ ਹੀ ਹੈ ਸਮਝਣ ਦੀ ਖਾਤਰ, ਵੀ ਜੇ ਤੇ ਸਾਰੇ ਅੰਮ੍ਰਿਤ ਵੇਲੇ ਉੱਠਣ ਵੇਲੇ ਹੋਣਗੇ ਤਾਂ ਕੋਈ ਦਿੱਕਤ ਨਹੀਂ ਹੋਵੇਗੀ, ਤੇ ਜੇ ਇੱਕ ਹੀ ਉੱਠਣ ਵਾਲਾ ਹੋਵੇ ਤਾਂ ਬਾਕੀਆਂ ਕਹਿਣਾ ਤੇ ਲਾਈਟ ਜਗਾ ਕੇ ਸਾਨੂੰ ਸੌਣ ਨਹੀਂ ਦਿੰਦਾ, ਆਪ ਭਾਵੇਂ 1:30 ਵਜੇ ਤੱਕ ਜਾਗਦੇ ਰਹਿਣ, ਉਹ ਕੋਈ ਦਿੱਕਤ ਨਹੀਂ। ਹਰ ਇੱਕ ਜਦੋਂ ਪਰਿਵਾਰ ਦੇ ਵਿੱਚ ਥਿੰਕਿੰਗ ਸੇਮ ਚੱਲਦੀ ਪਈ ਆ ਨਾ, ਗੁਰਮੁਤ ਕਮਾਉਣੀ ਸੌਖੀ ਹੋ ਜਾਂਦੀ ਹੈ। ਜੇ ਪਰਿਵਾਰ 'ਚ ਥਿੰਕਿੰਗ ਸੇਮ ਨਹੀਂ ਚੱਲਦੀ ਪਈ, ਫਿਰ ਗੁਰਮੁਤ ਕਮਾਉਣੀ ਔਖੀ ਹੋ ਜਾਂਦੀ ਹੈ। ਅਸੰਭਵ ਤੇ ਆਪਾਂ ਕਹਿ ਸਕਦੇ ਹਾਂ ਵੀ ਨਹੀਂ ਹੁੰਦੀ, ਕਮਾਈ ਤੇ ਜਾ ਸਕਦੀ ਹੈ, ਪਰ ਸੱਚੇ ਪਾਤਸ਼ਾਹ ਨੇ ਕੀ ਕਿਹਾ? ਆਪ ਵੀ ਸਿੱਖੀ ਕਮਾਓ, ਤੇ ਸਿਰਫ ਆਪਣੇ ਤੱਕ ਇਹਨੂੰ ਸੀਮਤ ਨਾ ਰੱਖੋ, ਆਪਣੇ ਬੱਚਿਆਂ ਨੂੰ ਵੀ ਸਿੱਖੀ ਸਿਖਾਓ। ਸੁਭਾਵਿਕ ਜੀ ਗੱਲ ਹੈ, ਮੈਂ ਮਹਾਰਾਜ ਤੋਂ ਮਾਫੀ ਮੰਗ ਕੇ ਕਹਿ ਰਿਹਾ ਹਾਂ, ਨਮਸਕਾਰ ਹੈ ਤੁਹਾਡੇ ਚਰਨਾਂ ਤੇ। ਬਹੁਤ ਬੱਚੇ ਜੁੜੇ ਵੀ ਹੋਏ ਨੇ, ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਸੀਂ ਪਰਿਵਾਰਾਂ ਦੇ ਪਰਿਵਾਰ ਹੀ ਆਉਂਦੇ ਜੇ, ਜਿਹੜੇ ਆਉਂਦੇ ਨੇ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੈਂ ਕੌਣ ਹਾਂ ਕਿਸੇ ਨੂੰ ਕਹਿਣ ਵਾਲਾ? ਜਿਹੜੇ ਆਉਂਦੇ ਨੇ ਵੇਖੋ ਸਾਰੇ ਦੇ ਸਾਰੇ ਪਰਿਵਾਰ ਹੀ ਆਉਂਦੇ ਨੇ, ਤੁਸੀਂ ਵੇਖ ਲਿਓ ਇਹਨਾਂ ਨੂੰ। ਅਸੀਂ ਵੀ ਚਲੋ ਲਗਭਗ ਇਹਨਾਂ ਕੁ ਤੇ ਮੈਂ ਜਾਣਦਾ ਹੀ ਹਾਂ। ਜਦੋਂ ਆਉਂਦੇ ਨੇ ਸਾਰੇ ਦੇ ਸਾਰੇ ਹੀ ਆਉਂਦੇ ਨੇ। ਇੱਕ ਜਾਣਾ ਆਉਣਾ ਸ਼ੁਰੂ ਹੋ ਗਿਆ, ਉਹਨੇ ਬਾਕੀ ਪਰਿਵਾਰ ਵੀ ਲਿਆਉਣਾ ਸ਼ੁਰੂ ਕਰ ਦਿੱਤਾ। ਇੱਥੋਂ ਹੀ ਸਿੱਖੀ ਵੱਧਦੀ ਆ, ਹੋਰ ਕਿੱਦਾਂ ਵਧੇਗੀ? ਪਰ ਕਿਸੇ ਵੇਲੇ ਇੱਦਾਂ ਵੀ ਹੁੰਦਾ ਵੀ ਇੱਕ ਜਾਣਾ ਵਿਚਾਰਾ ਆ ਰਿਹਾ, ਬਾਕੀ ਸਾਰਾ ਟੱਬਰ ਉਹਦੀਆਂ ਲੱਤਾਂ ਖਿੱਚਦਾ ਪਿਆ, ਤੂੰ ਕਿਹੜੇ ਪਾਸੇ ਤੁਰ ਪਿਆ? ਉਹ ਫਿਰ ਕਿੰਨਾ ਔਖਾ ਹੋ ਜਾਂਦਾ, ਕਿੰਨਾ ਔਖਾ ਹੋ ਜਾਂਦਾ ਵੀ ਬੰਦਾ ਗੇਟੋਂ ਨਿਕਲੇ ਅਜੇ ਤੇ ਟੱਬਰ ਪਿੱਛੋਂ ਮਿਹਣੇ ਮਾਰਨੇ ਸ਼ੁਰੂ ਕਰ ਦੇਵੇ। ਉਸ ਵੇਲੇ ਕਿੰਨੀ ਔਖੀ ਹੈ ਸਿੱਖੀ ਕਮਾਉਣੀ। ਕਿਸੇ ਵੇਲੇ ਬੰਦੇ ਦਾ ਮਨ ਅੱਕ ਵੀ ਜਾਂਦਾ ਵੀ ਛੱਡੋ ਪਰਾਂ, ਮੈਂ ਜਾਂਦਾ ਹੀ ਨਹੀਂ। ਮਹਾਰਾਜ ਨੇ ਕੀ ਕਿਹਾ? ਵੀ ਤੁਹਾਡੇ ਥਾਟ ਦੇ ਵਿੱਚ, ਤੁਹਾਡੇ ਕਲਚਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਸਿੱਖੀ ਰਵੇ। ਜਿੱਥੇ ਤੁਸੀਂ ਆਪ ਸੇਵਾ ਕਰਦੇ ਜੇ ਨਾ, ਉੱਥੇ ਇੰਜ ਕਰੋ, ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਸੇਵਾ ਕਰੋ, ਬੱਚਿਆਂ ਨੂੰ ਵੀ ਸੇਵਾ ਸਿਖਾਓ। ਔਰ ਮੈਂ ਫੇਰ ਕਹਿ ਰਿਹਾ ਹਾਂ, ਬੜੀ ਕਿਰਪਾ ਹੈ ਤੁਹਾਡੀ ਇਸ ਸੰਗਤ ਦੇ ਉੱਤੇ, ਬੱਚਿਆਂ ਨੂੰ ਬੜੀ ਸੇਵਾ ਆਉਂਦੀ ਹੈ। ਪਰ ਇਹ ਸਿੱਖੀ ਤੁਹਾਡੇ ਤੋਂ ਟਰੈਵਲ ਹੋਣੀ ਹੈ ਅੱਗੇ। ਸਿੱਖੀ ਕਿਤਾਬਾਂ ਤੋਂ ਟਰੈਵਲ ਨਹੀਂ ਹੁੰਦੀ, ਇਹ ਤੁਹਾਡੇ ਤੋਂ ਟਰੈਵਲ ਹੋਣੀ ਹੈ, ਸਾਡੇ ਤੋਂ ਟਰੈਵਲ ਹੋਣੀ ਹੈ। ਜੋ ਅਸੀਂ ਕਰਦੇ ਪਏ ਹਾਂ, ਸਾਡੇ ਵੱਲ ਵੇਖ ਕੇ ਸਾਡੇ ਬੱਚਿਆਂ ਨੇ ਸਿੱਖ ਲੈਣਾ ਹੈ। ਲੱਖਾਂ ਕਿਤਾਬਾਂ ਪੜ੍ਹਾਉਣ ਦੀ ਉਹਨਾਂ ਨੂੰ ਲੋੜ ਨਹੀਂ ਹੈ। ਸਾਡੇ ਜੀਵਨ ਜੇ ਚੰਗੇ ਹੋ ਗਏ, ਸਾਡੇ ਵੱਲੋਂ ਆਪੇ ਸਿੱਖ ਲੈਣਾ ਹੈ। ਔਰ ਅੱਗੇ ਕੱਲ੍ਹ ਆਪਾਂ ਗੱਲ ਇਸ ਨੂੰ ਵਿਚਾਰਾਂਗੇ ਅੱਗੇ, ਵੀ ਬੱਚੇ ਵੀ ਉਦੋਂ ਜ਼ਿੰਮੇਵਾਰੀ ਲੈਣ ਦੇ ਯੋਗੇ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਮਾਂ ਪਿਓ ਦੇ ਉੱਤੇ ਮਾਣ ਹੋਵੇ। ਅਤੇ ਮਾਂ ਪਿਓ ਨੂੰ ਵੀ ਮਾਣ ਹੋਣਾ ਚਾਹੀਦਾ ਵੀ ਮੇਰੇ ਬੱਚੇ ਜ਼ਿੰਮੇਵਾਰੀ ਸੰਭਾਲ ਸਕਦੇ ਨੇ। ਉਹ ਇੱਕ ਸ਼ੱਕ ਜਿਹਾ ਵੱਡਾ ਹੋਣ ਲੱਗ ਪਿਆ ਨਾ, ਵੀ ਮੈਨੂੰ ਲੱਗਦਾ ਵੀ ਮੇਰੇ ਬੱਚੇ ਜ਼ਿੰਮੇਵਾਰੀ ਨਹੀਂ ਸੰਭਾਲਣਗੇ। ਹਾਏ ਜੇ ਜ਼ਿੰਮੇਵਾਰੀ ਸੰਭਾਲ ਲਈ ਤਾਂ ਕੱਲ੍ਹ ਨੂੰ ਪਤਾ ਨਹੀਂ ਇਹਨਾਂ ਨੇ ਮੈਨੂੰ ਪੁੱਛਣਾ ਕਿ ਨਹੀਂ। ਚਲੋ ਉਹ ਕੱਲ੍ਹ ਅਸੀਂ ਵਿਚਾਰਾਂਗੇ ਇਸ ਪਾਸੇ ਨੂੰ। ਪਰ ਅੱਜ ਜਿਹੜੀ ਗੱਲ ਮਹਾਰਾਜ ਕਹਿੰਦੇ ਵੀ ਆਪਣੇ ਪਰਿਵਾਰ ਨੂੰ ਵੀ ਸੇਵਾ ਸਿਖਾਓ। ਅਤੇ ਜਦੋਂ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਰੱਖ ਕੇ ਸੇਵਾ ਕਰਦੇ ਜੇ, ਅਤੇ ਜਦੋਂ ਤੁਹਾਡਾ ਪਰਿਵਾਰ ਵੀ ਗੁਰੂ ਦੇ ਹਵਾਲੇ ਹੋ ਜਾਵੇਗਾ ਨਾ, ਇਹਦਾ ਇੱਕ ਪਾਸਾ ਹੋਵੇਗਾ। ਫਿਰ ਤੁਹਾਨੂੰ ਇਹ ਹੋਵੇਗਾ ਵੀ ਜਿਹੜੀ ਮੈਂ ਕਿਰਤ ਕਮਾਈ ਕਰਦਾ ਪਿਆ ਹਾਂ ਨਾ, ਇਹ ਮੇਰਾ ਫਰਜ਼ ਹੈ, ਪਰ ਰਿਜ਼ਕ ਦੇਣ ਵਾਲਾ ਇਹਨਾਂ ਨੂੰ ਸਤਿਗੁਰੂ ਹੈ, ਅਕਾਲ ਪੁਰਖ ਵਾਹਿਗੁਰੂ ਹੈ। ਰਿਜ਼ਕ ਮੇਰੇ ਹੱਥ ਨਹੀਂ ਹੈ, ਰਿਜ਼ਕ ਦੇਣ ਵਾਲਾ ਦਾਤਾ ਹੈ। ਆਪਣੇ ਆਪ ਹੀ ਤੁਹਾਡਾ ਮੋਹ ਜਿਹੜਾ ਹੈ ਨਾ, ਉਹ ਪਕੜ ਪਰਿਵਾਰ ਤੋਂ ਘਟ ਜਾਵੇਗੀ। ਜਦੋਂ ਤੁਹਾਨੂੰ ਸਾਰਾ ਪਰਿਵਾਰ ਵੱਡਾ ਲੱਗਣ ਲੱਗੇਗਾ, ਤੁਸੀਂ ਇਹ ਵੀ ਸੋਚੋਗੇ ਵੀ ਨਹੀਂ ਭਾਈ, ਜਿੰਨੀ ਭੁੱਖ ਮੇਰੇ ਬੱਚਿਆਂ ਨੂੰ ਲੱਗਦੀ ਹੈ, ਦੁਨੀਆ ਦੇ ਬਾਕੀ ਬੱਚਿਆਂ ਨੂੰ ਵੀ ਉਨੀ ਭੁੱਖ ਲੱਗਦੀ ਹੈ।
ਜਿੰਨਾ ਦੁੱਖ ਮੈਨੂੰ ਹੁੰਦਾ ਹੈ ਆਪਣੇ ਪਰਿਵਾਰ ਦੇ ਬਾਰੇ ਸੋਚ ਕੇ, ਓਨਾ ਦੁੱਖ ਦੁਨੀਆ ਦੇ ਵਿੱਚ ਬਾਕੀ ਪਰਿਵਾਰਾਂ ਨੂੰ ਵੀ ਆਪਣੇ ਪਰਿਵਾਰ ਬਾਰੇ ਸੋਚ ਕੇ ਹੁੰਦਾ ਹੈ। ਫਿਰ ਇੱਕ ਥਿੰਕਿੰਗ ਜਿਹੜੀ ਆ ਨਾ ਡਿਵੈਲਪ ਹੁੰਦੀ ਹੈ ਹਰ ਚੀਜ਼ ਦੇ ਵਿੱਚ, ਵੀ ਹਰ ਚੀਜ਼ ਨੂੰ ਸੰਸਾਰ ਵਾਲੇ ਪਾਸੇ ਤੋਂ ਸੋਚਣਾ, ਵੀ ਸਿਰਫ ਨਿੱਜ ਤੋਂ ਉੱਤੇ ਉੱਠ ਕੇ ਵੀ ਮੈਂ ਹੀ ਮੈਂ ਹਾਂ, ਉਹਦੇ ਤੋਂ ਉੱਠ ਕੇ ਵੇਖਣਾ ਵੀ ਨਹੀਂ ਬਾਕੀਆਂ ਦੇ ਨਾਲ ਵੀ ਇਦਾਂ ਹੋ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਪਰਿਵਾਰ ਨੂੰ ਗੁਰੂ ਦੇ ਅਧੀਨ ਕਰ ਦੇਵੋਗੇ ਨਾ, ਤੇ ਜਿੱਦਾਂ ਸਾਡੇ ਘਰਾਂ ਦੇ ਵਿੱਚ ਡਰਾਈਵਰ ਰੱਖੇ ਹੋਣ, ਤੇ ਡਰਾਈਵਰ ਜਦੋਂ ਲਾ ਦਿੰਦਾ ਹੈ ਗੱਡੀ ਗੈਰੇਜ ਦੇ ਵਿੱਚ ਆ ਕੇ, ਤੇ ਫਿਰ ਕੀ ਕਹਿੰਦਾ ਜੀ, ਇਹਦੇ ਟਾਇਰ ਬਦਲਣ ਵਾਲੇ ਜੇ, ਮਾਲਕ ਨੂੰ ਸੁਣਾ ਦੇ ਦਿੱਤਾ, ਇਹਦਾ ਜੀ ਤੇਲ ਪਵਾਉਣ ਵਾਲਾ ਜੀ, ਉਹਨੂੰ ਕੋਈ ਚਿੰਤਾ ਨਹੀਂ ਹੈ, ਉਹਦਾ ਕੰਮ ਹੈ ਸਿਰਫ ਦੱਸਣਾ ਵੀ ਆਹ ਕੰਮ ਕਰਨਾ ਜੇ, ਬਾਕੀ ਮਾਲਕ ਦੀ ਸਿਰਦਰਦੀ ਹੈ ਵੀ ਮਾਲਕ ਨੇ ਉਹਦੀ ਕੇਅਰ ਕਿੱਦਾਂ ਕਰਨੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੌਕਰ ਰੱਖਿਆ ਹੋਵੇ ਤੇ ਨੌਕਰ ਦਾ ਜਦੋਂ ਨੌਕਰ ਕਿਤੇ ਘੋੜਾ ਲੈ ਕੇ ਜਾਵੇ, ਵਾਪਸ ਆ ਕੇ ਬੰਨ੍ਹ ਦਿੰਦਾ ਨਾ ਮਾਲਕ ਦੀ ਖੁਰਲੀ ਦੇ ਉੱਤੇ, ਤੇ ਉਹਦਾ ਚਾਰੇ ਦਾ ਇੰਤਜ਼ਾਮ ਕਿਵੇਂ ਕਰਨਾ ਉਹ ਨੌਕਰ ਨੇ ਨਹੀਂ ਕਰਨਾ ਹੁੰਦਾ, ਉਹ ਮਾਲਕ ਨੇ ਕਰਨਾ ਹੁੰਦਾ। ਜਦੋਂ ਤੁਸੀਂ ਆਪਣੇ ਸਾਰੇ ਪਰਿਵਾਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਾਇਣ ਕਰੋਗੇ, ਜ਼ਿੰਮੇਵਾਰੀ ਨਿਭਾਉਣੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਹੋ ਵੀ ਮੇਰੇ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਚੱਲਣਾ। ਮਹਾਰਾਜ ਕਹਿੰਦੇ ਨਹੀਂ, ਆਪਣੇ ਪਰਿਵਾਰ ਨੂੰ ਗੁਰੂ ਆਸ਼ੇ ਦੇ ਉੱਤੇ ਅਰਪਣ ਕਰੋ, ਪਰਿਵਾਰ ਨੂੰ ਵੀ ਸਿੱਖੀ ਸਿਖਾਓ। ਜਿੱਦਾਂ ਘਰ ਦੇ ਵਿੱਚ ਰੱਖੇ ਹੋਏ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਦੀ ਕਦਰ ਮਾਲਕ ਨੂੰ ਹੁੰਦੀ ਹੈ ਨਾ, ਇੱਦਾਂ ਸਤਿਗੁਰੂ ਗੁਰੂ ਨਾਨਕ ਦੇ ਘਰ ਦੇ ਵਿੱਚ ਤੁਸੀਂ ਆਉਣ ਵਾਲੇ ਜੇ, ਗੁਰੂ ਨੂੰ ਆਪਣੇ ਸ਼ਰਨ ਪਿਆਂ ਦੀ ਲਾਜ ਹੈ। ਉਹਨੂੰ ਜਿਹਨੂੰ ਅਸੀਂ ਪੜ੍ਹਦੇ ਹਾਂ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿੱਦਾਂ ਤੁਸੀਂ ਗੁਰੂ ਦੇ ਕੋਲ ਆਉਂਦੇ ਜੇ ਵੀ ਗੁਰੂ ਤੁਹਾਡੀ ਇੱਜ਼ਤ ਰੱਖੇ, ਤੁਹਾਡਾ ਪਰਿਵਾਰ ਗੁਰੂ ਦੇ ਕੋਲ ਆਵੇਗਾ, ਤੁਹਾਡੇ ਪਰਿਵਾਰ ਦੀ ਵੀ ਗੁਰੂ ਲਾਜ ਰੱਖੇਗਾ। ਤੇ ਜਦੋਂ ਸਾਰੇ ਪਰਿਵਾਰ ਦੀ ਲਾਜ ਰੱਖੇਗਾ, ਤੁਹਾਡਾ ਪਰਿਵਾਰ ਆਪਣੇ ਆਪ ਹੀ ਪਾਰ ਹੋ ਜਾਵੇਗਾ। ਇੱਦਾਂ ਫਿਰ ਪਰਿਵਾਰ ਸੁਧਾਰ ਹੁੰਦੇ ਨੇ। ਪਰਿਵਾਰ ਸੁਧਾਰ ਦਾ ਮਤਲਬ ਕੀ ਹੋ ਗਿਆ, ਵੀ ਪਰਿਵਾਰ ਨੂੰ ਵੀ ਪਾਰ ਕਰ ਲੈਣ ਵਾਲੇ ਬੰਦੇ। ਔਰ ਇੱਦਾਂ ਦੇ ਪਰਿਵਾਰ ਪਾਰ ਕਰਨ ਵਾਲੇ ਬੰਦੇ ਵੀ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ, ਜਿਹੜੀ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਹੈ, ਇੱਕ ਇੱਕ ਬੰਦੇ ਦੇ ਕੋਲ ਸਿੱਖੀ ਹੈ। ਅਸੀਂ ਜਿੰਨੇ ਵੀ ਬੈਠੇ ਹਾਂ ਨਾ, ਚਾਹੇ ਸਾਨੂੰ ਨਹੀਂ ਪਤਾ ਵੀ ਸਾਡੇ ਘਰ 'ਚ ਸਿੱਖੀ ਕਦੋਂ ਆਈ, ਮੈਨੂੰ ਖੁਦ ਨਹੀਂ ਪਤਾ ਮੇਰੇ ਘਰ ਦੇ ਵਿੱਚ ਸਿੱਖੀ ਕਦੋਂ ਆਈ, ਵੀ ਮੇਰੇ ਘਰ ਦੇ ਕਦੋਂ ਸਿੱਖ ਬਣੇ ਸੀ, ਪਰ ਇਸ ਨੂੰ ਸੋਚ ਕੇ ਵੇਖਿਓ ਵੀ ਕਿਤੇ ਸਾਡਾ ਵੱਡਾ, ਸਾਡੀ ਮਾਤਾ, ਸਾਡਾ ਪਿਤਾ, ਦਾਦਾ, ਬਾਬਾ, ਕੋਈ ਵੀ ਹੋਵੇਗਾ, ਉਹ ਕਿਤੇ ਤੁਰਦਾ ਜਾਂਦਾ ਕਿਤੇ ਗੁਰਦੁਆਰੇ ਆ ਗਿਆ ਹੋਵੇਗਾ, ਕਿਤੇ ਤੁਰਦੇ ਜਾਂਦੇ ਨੂੰ ਕਿਤੇ ਸਾਧੂ ਦੀ ਸੰਗਤ ਮਿਲ ਗਈ ਹੋਵੇਗੀ, ਤੇ ਬਸ ਉਸ ਸੰਗਤ ਨੇ ਇੰਨਾ ਅਸਰ ਕਰ ਦਿੱਤਾ ਵੀ ਨਹੀਂ ਭਾਈ ਮੈਂ ਸਿੱਖੀ ਦੇ ਵਿੱਚ ਆਉਣਾ ਹੈ। ਔਰ ਬੜੇ ਬੰਦੇ ਨੇ ਕਮਾਲ ਦੇ, ਮੈਂ ਤੁਹਾਨੂੰ ਦੱਸ ਦੇਵਾਂ, ਇੱਥੇ ਸ਼ਾਇਦ ਮੈਂ ਪਹਿਲਾਂ ਵੀ ਕਦੀ ਗੱਲ ਸਾਂਝੀ ਕੀਤੀ ਹੋਈ, ਤੇ ਬਾਬਾ ਜੀ ਆ ਕੇ ਬੈਠਦੇ ਹੁੰਦੇ ਨੇ, ਉਹ 70-75 ਸਾਲ ਦੀ ਉਮਰ ਹੈ, ਸਵੇਰ ਦੇ ਟਾਈਮ ਜ਼ਿਆਦਾ ਆਉਂਦੇ ਨੇ, ਤੇ ਉਹ ਕਹਿੰਦੇ ਪਾਰਟੀਸ਼ਨ ਹੋਣੀ ਸੀ, ਜਿੱਦਣ ਪਾਰਟੀਸ਼ਨ ਹੋਈ ਸੀ ਤੇ ਗੁਜਰਾਤ ਵਾਲੇ ਇਲਾਕੇ ਤੋਂ ਆਏ ਸੀ, ਤੇ ਮੈਂ ਕਹਿੰਦੇ 13 ਕੁ ਸਾਲ ਦੀ ਉਮਰ ਸੀ ਮੇਰੀ ਉਸ ਵੇਲੇ। ਮੈਂ ਦਰਬਾਰ ਸਾਹਿਬ, ਕਿਉਂਕਿ ਉੱਥੇ ਰਿਫਿਊਜੀ ਕੈਂਪ ਬਣਿਆ ਸੀ ਉਹਨਾਂ ਸਾਰਿਆਂ ਦਾ, ਤੇ ਦਰਬਾਰ ਸਾਹਿਬ ਜਾ ਰਿਹਾ ਸੀ ਸ਼ਾਮਾਂ ਨੂੰ, ਜਿਹੜੇ ਵੇਲੇ ਮੈਂ ਉੱਥੋਂ ਆਇਆ ਤੇ ਦਰਬਾਰ ਸਾਹਿਬ ਜਾਣ ਲੱਗਾ, ਤੇ ਸ਼ਾਮ ਦਾ ਵੇਲਾ ਸੀ, ਤੇ ਉੱਥੇ ਚੱਲਦਾ ਪਿਆ ਸੀ ਆਨੰਦ ਸਾਹਿਬ ਦਾ ਪਾਠ ਚੱਲਦਾ ਪਿਆ ਸੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਹਿੰਦੇ ਮੇਰੇ ਹੁਣ 13 ਸਾਲ ਦੀ ਉਮਰ ਹੈ, ਸਾਨੂੰ ਆਪਣੇ 13 ਸਾਲ 'ਚ ਕਈ ਗੱਲਾਂ ਭੁੱਲ ਗਈਆਂ ਹੋਣੀਆਂ, ਵੀ ਮੇਰੇ ਮਨ 'ਚ ਕਹਿੰਦੇ ਉਹ ਗੱਲ ਇੰਨੀ ਸਟਰਾਈਕ ਕੀਤੀ ਹੈ ਨਾ, ਵੀ ਸੱਚੇ ਪਾਤਸ਼ਾਹ ਵੀ ਜੇ ਪਾਰਟੀਸ਼ਨ ਦੇ ਬਾਅਦ ਵੀ ਤੂੰ ਇਹੋ ਕਹਿ ਰਿਹਾ ਨਾ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾਂ ਕਹਿੰਦੇ ਬਸ ਮੈਂ ਇਸ ਘਰ ਨੂੰ ਨਹੀਂ ਛੱਡਿਆ। ਔਰ ਵਾਕਿਆ ਹੀ ਮਹਾਰਾਜ ਬਖਸ਼ ਲਵੇ, ਤੰਦਰੁਸਤੀਆਂ ਦੇਵੇ ਉਹਨਾਂ ਨੂੰ, ਇਹੋ ਜਿਹਿਆਂ ਨੂੰ ਵੇਖਣਾ ਬੜਾ ਜ਼ਰੂਰੀ ਹੋ ਜਾਂਦਾ ਹੈ। ਤੁਸੀਂ ਪ੍ਰਭਾਤ ਫੇਰੀਆਂ 'ਚ ਦਰਸ਼ਨ ਕਰ ਲਿਓ, ਪ੍ਰਭਾਤ ਫੇਰੀਆਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ, ਸ਼ਬਦ ਪੜ੍ਹਦਿਆਂ ਮਿਲ ਜਾਣਗੇ, ਰੋਜ਼ ਗੁਰਦੁਆਰੇ ਆ ਕੇ ਇੱਥੇ ਬੈਠੇ ਹੋਏ ਤੁਹਾਨੂੰ ਸਾਹਮਣੇ ਮਿਲ ਜਾਣਗੇ ਇੰਨੀ। ਔਰ ਜਦੋਂ ਤੁਸੀਂ ਗੱਲ ਕਰੋਗੇ ਇੰਨੇ ਪਿਆਰ ਵਾਲੇ, ਹੁਣ ਤਾਂ ਕਹਿੰਦੇ ਵੀ ਚਲੋ ਮੈਨੂੰ ਬਹੁਤੀਆਂ ਗੱਲਾਂ ਸੁਣਦੀਆਂ ਨਹੀਂ ਨੇ, ਕੁਝ ਗੱਲਾਂ ਭੁੱਲ ਵੀ ਜਾਂਦੀਆਂ ਨੇ, ਪਰ ਇੱਦਾਂ ਦੇ ਬੰਦੇ ਵੀ ਇੱਕ ਬੰਦੇ ਦਾ ਕਿਤੇ ਇੱਕ ਵਾਰ ਮਾਈਂਡ ਜਿਹੜਾ ਸੀ ਉਹ ਸਟਰਾਈਕ ਕੀਤੀ ਗੱਲ ਮਨ ਦੇ ਵਿੱਚ ਆ ਕੇ, ਤੇ ਮਹਾਰਾਜ ਨੇ ਸਿੱਖੀ ਝੋਲੀ ਦੇ ਵਿੱਚ ਪਾ ਦਿੱਤੀ। ਇਸ ਕਰਕੇ ਇੱਕ ਜਾਣਾ ਲੱਗਾ, ਇੱਕ ਜਾਣੇ ਦੇ ਪਿੱਛੇ ਲੱਗ ਕੇ ਸਾਰਾ ਪਰਿਵਾਰ ਹੀ ਪਾਰ ਹੋ ਗਿਆ। ਮਹਾਰਾਜ ਦੇ ਕੋਲ ਇਹ ਸਿੱਖ ਆਏ, ਸੱਚੇ ਪਾਤਸ਼ਾਹ ਪਰਿਵਾਰ ਪਾਰ ਕਿੱਦਾਂ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਆਪ ਵੀ ਸੇਵਾ ਦੇ ਵਿੱਚ ਲੱਗੋ, ਬੱਚਿਆਂ ਨੂੰ ਵੀ ਸੇਵਾ ਦੇ ਵਿੱਚ ਲਾਓ। ਸਾਡਾ ਇੰਨਾ ਕੁ ਫਰਜ਼ ਹੈ, ਆਪ ਵੀ ਬਾਣੀ ਪੜ੍ਹੀਏ, ਤੇ ਪਰ ਆਪਣੇ ਤੱਕ ਨਾ ਸੀਮਤ ਰੱਖ ਲਈਏ, ਆਪਣੇ ਬੱਚਿਆਂ ਨੂੰ ਵੀ ਦੱਸੀਏ ਵੀ ਬਾਣੀ ਇੱਦਾਂ ਪੜ੍ਹੀ ਦੀ ਹੈ। ਇੱਥੇ ਬੜੀਆਂ ਕਲਾਸਾਂ ਚੱਲਦੀਆਂ ਪਈਆਂ ਨੇ, ਸਲਾਹ ਲਈਏ ਵੱਧ ਤੋਂ ਵੱਧ ਇਹਦਾ। ਬਹੁਤ ਮੈਂ ਫਿਰ ਕਹਿ ਰਿਹਾ ਹਾਂ, ਆਖਰੀ ਗੱਲ ਕਹਿ ਕੇ ਸਮਾਪਤੀ ਕਰ ਦੇਵਾਂ, ਬੜੀ ਸੰਗਤ ਐਕਟਿਵ ਹੈ, ਬਹੁਤ ਚੰਗੀ ਹੈ, ਮਹਾਰਾਜ ਇੱਜ਼ਤ ਰੱਖੇ, ਇਹਨਾਂ ਦੇ ਪਿੱਛੇ ਲੱਗ ਕੇ ਸਾਡੇ ਵਰਗਿਆਂ ਦੀ ਇੱਜ਼ਤ ਬਣੀ ਰਵੇ, ਹੋਰ ਕੀ ਹੈ। ਪਰ ਨਾਲ ਸਿਰਫ ਇੰਨੀ ਕੁ ਖੇਡ ਹੈ ਕਿ ਸਿੱਖੀ ਟਰੈਵਲ ਕਰਦੀ ਹੈ ਸਾਡੀ ਨੇਚਰ ਤੋਂ। ਸੰਗਤ ਦੇ ਵਿੱਚ ਅਸੀਂ ਕਿੱਦਾਂ ਵਿਚਰਦੇ ਹਾਂ, ਮੋਤੀ ਨਗਰ ਦੀ ਸੰਗਤ ਕਿੱਦਾਂ ਦੀ ਹੈ, ਲੰਗਰ ਦੇ ਵਿੱਚ ਕੀ ਬਿਹੇਵ ਕਰਦੀ ਹੈ, ਦਰਬਾਰ ਸਾਹਿਬ ਬੈਠ ਕੇ ਕੀ ਬਿਹੇਵ ਕਰਦੀ ਹੈ, ਪ੍ਰਭਾਤ ਫੇਰੀ 'ਤੇ ਕੀ ਬਿਹੇਵ ਕਰਦੀ ਹੈ, ਜਦੋਂ ਸਮਾਗਮ ਹੁੰਦੇ ਨੇ ਕੀ ਬਿਹੇਵ ਕਰਦੀ ਹੈ।
ਫਿਰ ਬੱਚਿਆਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਭਾਈ ਗੁਰਦੁਆਰੇ ਸਿਰ ਢੱਕ ਕੇ ਆਈਦਾ ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਸਾਡੇ ਵੱਲ ਵੇਖ ਕੇ ਸਿੱਖ ਲੈਂਦੇ ਨੇ। ਬੱਚਿਆਂ ਨੂੰ ਫਿਰ ਦੱਸਣਾ ਨਹੀਂ ਪੈਂਦਾ ਵੀ ਗੁਰਦੁਆਰੇ ਆ ਕੇ ਮੱਥਾ ਕਿੱਦਾਂ ਟੇਕਣਾ ਹੁੰਦਾ, ਆਪਣੇ ਆਪ ਹੀ ਸਿੱਖ ਲੈਂਦੇ ਨੇ। ਔਰ ਵੇਖ ਲਓ ਤੁਹਾਡੇ ਬੱਚੇ ਤੁਹਾਡੇ ਤੋਂ ਵੇਖ ਕੇ ਸਿੱਖ ਲਏ। ਕਿੱਥੇ ਸਪੈਸ਼ਲ ਕਲਾਸ ਲੱਗੀ ਸੀ ਵੀ ਤੈਨੂੰ ਅੱਜ ਗੁਰਦੁਆਰੇ ਲੈ ਕੇ ਜਾਣਾ, ਉੱਥੇ ਇੱਦਾਂ ਮੱਥਾ ਟੇਕੀ, ਵੇਖਦੇ ਹੀ ਸਿੱਖ ਲਿਆ ਨਾ। ਅਤੇ ਜਿਨ੍ਹਾਂ ਦੇ ਨਹੀਂ ਸਿੱਖਦੇ ਵੇਖ ਲਓ ਇੱਥੇ ਆ ਕੇ ਖਲੋ ਕੇ ਵੇਖਣ ਲੱਗ ਪੈਂਦੇ ਨੇ ਵੀ ਹੁਣ ਕੀ ਕਰੀਏ। ਇਸ ਕਰਕੇ ਪਰਿਵਾਰਾਂ ਦੇ ਆਸਰੇ ਸਮਝਣ ਦੀ ਲੋੜ ਹੈ। ਆਪ ਸਿੱਖੀ ਦੇ ਵਿੱਚ ਆਈਏ, ਆਪਣੇ ਪਰਿਵਾਰਾਂ ਨੂੰ ਵੀ ਲੈ ਕੇ ਆਈਏ। ਇਹ ਸਾਡਾ ਫਰਜ਼ ਹੈ। ਜਨ ਨਾਨਕ ਧੂੜ ਮੰਗਿਆ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਇਹ ਸਾਡਾ ਸਿੱਖੀ ਦਾ ਫਰਜ਼ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਇਹ ਉਪਦੇਸ਼ ਕੀਤਾ ਹੈ। ਭਾਈ ਪੂਰੋ, ਭਾਈ ਮਾਣਕ ਚੰਦ ਅਤੇ ਭਾਈ ਬਿਸ਼ਨ ਦਾਸ, ਪਰਿਵਾਰ ਨੂੰ ਸਾਧਾਰ, ਪਰਿਵਾਰ ਨੂੰ ਆਸਰਾ ਦੇਣ ਵਾਲੇ ਇਹ ਸਿੱਖ ਹੋਏ। ਮਹਾਰਾਜ ਬਖਸ਼ਿਸ਼ ਕਰ।